ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਟੁੱਠਾ। ਤੁਮਰੀ ਸ਼ਰਨ ਤੁਮਾਰੀ ਆਸਾ, तुम ही सजन सुहेले, राखो राखनहार दयाला, नानक करके गोले। हम संतन की रेन प्यारे, हम संतन की सरना, संत हमारी ओट सताणी, संत हमारा गहना। मैं मूर्ख की केतक बात है, कोट पराधी तरियारे, गुरु नानक जिन सुनिया पेखिया, से फिर गर्वास ना परियारे। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਪੇ ਭਾਂਡੇ ਸਾਜੀਏ ਨੂੰ, ਆਪੇ ਪੂਰਨ ਦੇ, ਇਕਣੀ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜੀ, ਇੱਕ ਨਿਹਾਲੀ ਪੈ ਸਮਣ, ਇੱਕ ਉੱਪਰ ਰਹਿਣ ਖੜੀ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਜ਼ਰ ਕਰੇ। ਇਕਣਾ ਦੇ ਕਰਮਾਂ 'ਚ ਭਗਤੀ, ਇਕਣਾ ਦੇ ਕਰਮਾਂ 'ਚ ਨਹੀਂ ਹੈਗੀ। ਕਿਸੇ ਦੇ ਮਾਇਆ ਦਾ ਰੰਗ ਚੜ੍ਹਦਾ ਹੈ, ਉਹ ਮਾਇਆ ਧਾਰੀ। ਕਿਸੇ ਦੇ ਲੋਭ ਦਾ ਰੰਗ, ਉਹ ਲੋਭੀ ਹੈ। ਕਿਸੇ ਦੇ ਕਾਮ ਵਾਸ਼ਨਾ ਦਾ ਰੰਗ, ਉਹ ਕਾਮੀ ਹੈ। ਕਿਸੇ ਤੇ ਕ੍ਰੋਧ ਦਾ ਹੀ ਰੰਗ ਚੜ੍ਹਿਆ ਰਹਿੰਦਾ, ਉਹ ਕ੍ਰੋਧੀ ਹੈ। ਕਿਸੇ ਦੇ ਹੰਕਾਰ ਹਉਮੈ ਦਾ ਰੰਗ ਚੜ੍ਹਿਆ, ਹੰਕਾਰੀ। ਜਿਹੋ ਜਿਹਾ ਰੰਗ ਚੜ੍ਹਿਆ, ਕਿਸੇ ਤੇ ਨਾਮ ਦਾ ਰੰਗ, ਕਿਸੇ ਤੇ ਸਾਧੂ ਦੇ ਸੰਗ ਦਾ ਰੰਗ ਚੜ੍ਹਿਆ ਹੋਇਆ ਹੈ, ਸਾਧੂ ਸੰਗਤ ਦਾ। ਕਿਸੇ ਦੇ ਰਾਜ ਭਾਗ ਵਡਿਆਈ ਪ੍ਰਭਤਾ ਦਾ ਰੰਗ ਚੜ੍ਹਿਆ। ਕਹਿੰਦੇ ਮੈਨੂੰ ਗਰੀਬ ਨੂੰ ਤਾਂ ਤੇਰੀ ਓਟ ਹੈ। ਮੋਹਿ ਦੀਨ ਹਰ ਹਰ ਓਟ ਲੀਤੀ, ਮੈਂ ਨਿਮਾਣੇ ਨੇ ਤੇਰੀ ਓਟ ਹੀ ਲਈ। ਗੁਰੂ ਮੈਨੂੰ ਤੇਰਾ ਹੀ ਆਸਰਾ ਹੈ, ਹੋਰ ਕੋਈ ਨਹੀਂ। जग में उत्तम काढ़ी है विरले के विरले ने नाम जपण वाले।
ਨਾਮ ਜਪਣ ਵਾਲੇ ਥੋੜ੍ਹੀ ਨੇ। ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਜਿਹੜਾ ਰਾਜ ਹੈ, ਇਹਨੂੰ ਬਹੁਤ ਮਾੜਾ ਗਿਣਿਆ ਗਿਆ। ਮਹਾਂਪੁਰਖ ਬੈਠੇ ਨਾਮ ਜਪਦੇ ਸੀ। ਚਾਰ ਮਹਾਂਪੁਰਖ, ਚਾਰੇ ਭਰਾ, ਸੰਕ ਸਨੰਦਨ ਸੰਤ ਕੁਮਾਰ ਸਾਰੇ, ਇਹਨਾਂ ਦਾ ਬਾਣੀ 'ਚ ਬੜਾ ਨਾਂ ਆਉਂਦਾ ਹੈ। ਬ੍ਰਹਮਾ ਦੇ ਪੁੱਤਰ ਇੰਦਰ ਦੇਵਤੇ ਨੇ ਕਿਹਾ ਮੈਂ ਇਹਨਾਂ ਦੀ ਅਵਸਥਾ ਦੇਖਾਂ, ਇਹਨਾਂ ਦੀ ਅਵਸਥਾ ਕੀ ਹੈ। ਜਿਵੇਂ ਸਾਡਾ ਹੈ ਕਿਸੇ ਦੀ ਅਵਸਥਾ ਰਾਜ ਭਾਗ 'ਚ, ਕਿਸੇ ਦੀ ਅਵਸਥਾ ਮਾਇਆ 'ਚ, ਸੁਰਤ ਵਿੱਚ। ਪਰ ਚੰਗੀ ਗੱਲ ਹੈ ਜੇ ਕੋਈ ਸਾਧੂ ਸੰਗਤ ਕਰੇ, ਉਹਨੂੰ ਤਾਰ ਦਿੰਦੀ ਹੈ। ਬੜੀ ਵਡਿਆਈ ਸਾਧੂ ਸੰਗਤ ਦੀ। ਦੂਜਾ ਨਾਮ ਦਾ ਰੰਗ ਚੜ੍ਹ ਜੇ, ਫਿਰ ਇਹ ਸਾਧੂ ਸੰਗਤ ਦਾ ਲਾਭ ਹੈ। ਜੇ ਸਾਧੂ ਸੰਗਤ ਕੀਤਿਆਂ ਸੁੱਖ ਹੀ ਮੰਗੇ, ਵਡਿਆਈਆਂ ਹੀ ਮੰਗੀਆਂ, ਮਿਲਦਾ ਤਾਂ ਸਭ ਕੁਝ ਹੀ ਹੈ, ਪਰ ਨਾਮ ਦਾ ਰੰਗ ਚੜ੍ਹ ਜੇ। ਗੁਰੂ ਸਾਹਿਬ ਇੱਕ ਸਿੱਖ ਦੇ ਦਿਆਲ ਹੋਏ। ਉਹਨੂੰ ਕਹਿੰਦੇ ਕਿ ਸਿੱਖਾ ਕਰ ਝੋਲੀ, ਮੇਰੇ ਇੱਕ ਹੱਥ ਵਿੱਚ ਦੁਨੀਆ ਦੇ ਲੋਕ ਦੇ ਸੁੱਖ, ਇੱਕ ਹੱਥ 'ਚ ਪਰਲੋਕ ਦੇ। ਅੱਜ ਮੈਂ ਦਿਆਲ ਹਾਂ ਤੇਰੇ ਤੇ, ਝੋਲੀ ਕਰ, ਤੇਰੇ ਝੋਲੀ ਵਿੱਚ ਕਿਹੜੀ ਮੁੱਠੀ ਖੋਲ੍ਹਾਂ। ਇੱਕ ਮੁੱਠੀ 'ਚ ਲੋਕ ਦੇ ਸੁੱਖ ਨੇ, ਇੱਕ ਮੁੱਠੀ 'ਚ ਪਰਲੋਕ ਦੇ ਸੁੱਖ ਨੇ। ਦੱਸ ਕਿਹੜੀ ਮੁੱਠੀ ਖੋਲ੍ਹਾਂ। ਕਹਿੰਦਾ ਸਤਿਗੁਰੂ ਜੀ, ਜੇ ਤੁਸੀਂ ਦਿਆਲ ਹੋਏ ਜੀ ਨਾ, ਮੈਨੂੰ ਜੇ ਲੋਕ ਤੁਸੀਂ ਸੁਖੀ ਕਰਤਾ ਤੇ ਮੈਂ ਮੇਰਾ ਪਰਲੋਕ ਨਾ ਸੁਖੀ ਹੋਇਆ, ਕਿਉਂਕਿ ਪਰਲੋਕ ਤਾਂ ਸੁਖੀ ਹੋਣਾ ਹੈ ਸੇਵਾ ਸਿਮਰਨ ਸਾਧ ਸੰਗਤ ਦੇ ਨਾਲ। ਪਰਲੋਕ ਭਾਵ ਮਾਇਆ ਮਿਲ ਗਈ, ਰਾਜ ਭਾਗ ਮਿਲ ਗਏ, ਸੋਭਾ ਮਿਲ ਗਈ, ਪਰ ਅੱਗੇ ਵਾਸਤੇ ਨਹੀਂ ਕੁਝ ਮਿਲਿਆ। ਦੋਵੇਂ ਸੁੱਖ ਕਹਿੰਦਾ ਜੀ ਜੇ ਮਹਾਰਾਜ ਪ੍ਰਸੰਨ ਹੋਏ ਜੀ, ਫਿਰ ਦੋਨੋਂ ਮੁੱਠੀਆਂ ਹੀ ਖੋਲ ਦਿਓ ਮੇਰੀ ਝੋਲੀ 'ਚ। ਦੁਨੀਆ ਦੇ ਵੀ ਸੁੱਖ ਨੇ, ਅੱਗੇ ਦੇ ਵੀ ਸੁੱਖ ਹੈ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਜਿਤ ਖਾਧੇ ਮਨ ਤ੍ਰਿਪਤੀਏ ਨਾਨਕ ਸਹਿਬ ਦਾਤ। ਮੰਗਣਾ ਹੈ ਤੇ ਉਹਦਾ ਨਾਮ, ਉਹਦੇ ਚਰਨਾਂ ਦੀ ਪ੍ਰੀਤ ਗੁਰੂ ਤੋਂ ਮੰਗਣੀ। ਕਹਿੰਦੇ ਕੋਈ ਹਰ ਕੋਈ ਦਾਮਨ ਚਿੱਤ ਆਪਣੇ ਦਾ, ਨਾਲ ਕਿਸੇ ਰੰਗ ਰੰਗ ਦਾ। ਹਾਥੀ ਘੋੜੇ ਊਠ ਤੇ ਬੱਗੀਆਂ, ਮੰਗਣ ਤੋਂ ਨਹੀਂ ਸੰਗਦਾ। ਕੋਈ ਬਲੇਵਾ ਮੰਗੇ ਦਿਲ ਵਿੱਚ, ਕੋਈ ਖੁਸ਼ੀਆਂ ਦਾ, ਕੋਈ ਜੰਗ ਦਾ। ਪਰ ਮੈਂ ਸਾਈਂ ਦੀ ਯਾਦ ਦੇ ਬਾਝੋਂ, ਸੱਚੇ ਰੱਬ ਤੋਂ ਹੋਰ ਨਹੀਂ ਮੰਗਦਾ। ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਚਰਨਾਂ ਦੀ ਪ੍ਰੀਤ ਬਖਸ਼ੋ। ਮੈਂ ਸੱਚੇ ਰੱਬ ਤੋਂ ਹੋਰ ਨਹੀਂ ਮੰਗਦਾ, ਇੱਕੋ ਹੀ ਮੰਗਦਾ ਹਾਂ।
ਨਾਮ ਦੀ ਦਾਤ ਮੰਗਦਾ, ਸਾਈਂ ਦੀ ਪ੍ਰੀਤ ਮੰਗਦਾ। ਦੋਨੋਂ ਹੀ ਕਿਰਪਾ ਬਖਸ਼ਿਸ਼ਾਂ ਲਈਆਂ। ਇੱਕ ਪਠਾਨ ਸੀ ਬੜਾ ਗਰੀਬ, ਭੁੱਖਾ ਮਰਦਾ ਸੀ, ਮਹਾਂਪੁਰਸ਼ਾਂ ਦੇ ਕੋਲ ਆ ਗਿਆ, ਸੰਗਤ ਦੇ ਵਿੱਚ ਸੇਵਾ ਕਰਨ ਲੱਗ ਪਿਆ। ਉਹਨਾਂ ਕਿਹਾ ਵੀ ਤੂੰ ਕਿਉਂ ਆਇਆ, ਤੂੰ ਪਠਾਨ, ਤੇਰਾ ਕੀ ਪ੍ਰੇਮ ਹੈ? ਕਹਿੰਦਾ ਜੀ ਮੈਨੂੰ ਰੋਟੀ ਨਹੀਂ ਜੋੜਦੀ, ਕੰਮ ਨਹੀਂ ਮਿਲਦਾ। ਮਹਾਂਪੁਰਸ਼ ਕਹਿੰਦੇ ਕੰਮ ਦਾ ਕੀ ਹੈ, ਰੋਟੀ ਦਾ ਕੀ ਹੈ? ਆ ਗੁਰੂ ਨਾਨਕ ਦੀ ਬਾਣੀ ਬਹੁਤ ਤਗੜਾ ਮੰਤਰ ਹੈ, ਤੂੰ ਪਾਠ ਕਰ, ਰੋਟੀ ਪਾਣੀ ਤਾਂ ਤੈਨੂੰ ਕੰਮਕਾਰ ਤਾਂ ਵਾਧੂ ਹੋ ਜਾਏਗਾ। ਉਹਨੇ ਬਚਨ ਮਹਾਂਪੁਰਖਾਂ ਨੇ ਦਿੱਤਾ ਵੀ ਆ ਪਾਠ ਕਰ ਲਿਆ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿਤ। ਕਹਿੰਦੇ ਉਹਨੇ ਤੇ ਉਹਦੇ ਪਰਿਵਾਰ ਨੇ ਇਸ ਮੰਤਰ ਨੂੰ ਪੜ੍ਹਿਆ, ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੀ ਕਿਰਪਾ ਹੋ ਗਈ। ਕੋਈ ਜ਼ਿਮੀਦਾਰ ਲੈ ਗਿਆ ਕੰਮ ਵਾਸਤੇ, ਉਹਦਾ ਕੰਮ ਕੀਤਾ, ਬੜਾ ਲਾਭ ਹੋਇਆ ਜ਼ਿਮੀਦਾਰ ਨੂੰ, ਆਪਦੀ ਜ਼ਮੀਨ ਲੈ ਲਈ, ਆਪ ਵੱਡਾ ਜ਼ਿਮੀਦਾਰ ਬਣ ਗਿਆ, ਰਿੱਧੀਆਂ ਸਿੱਧੀਆਂ ਘਰ ਵਿੱਚ ਵਰਸ ਗਈਆਂ। ਸਾਰੇ ਪੜ੍ਹ ਲਓ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿਤ। ਬੋਲੋ ਸਾਰੇ। ਰੱਬ ਕੈ ਸਿਮਰਨ ਰਿੱਧ ਸਿੱਧ ਨਾਉ ਨਿਤ, ਪ੍ਰਭ ਕੈ ਸਿਮਰਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ। ਬਾਣੀ 'ਚ ਬੜੀ ਸ਼ਕਤੀ ਹੈ, ਰਿੱਧੀਆਂ ਸਿੱਧੀਆਂ ਨਾਉ ਨਿਧੀਆਂ। ਗੁਰੂ ਦੀ ਕਿਰਪਾ ਨਾਲ ਮਿਲ ਗਈਆਂ, ਜਿੱਥੇ ਜਾਵੇ ਸਭ ਰਿੱਧੀਆਂ ਸਿੱਧੀਆਂ ਨਾਉ ਨਿਧੀਆਂ। ਆਇਆ ਮਹਾਰਾਜ ਵੀ ਤੁਸੀਂ ਬਹੁਤ ਕੁਝ ਦੇਤਾ ਹੈ, ਬੜੀ ਮਾਇਆ, ਬੜੀ ਵਡਿਆਈ, ਬੜੇ ਸੁੱਖ, ਕੋਠੀਆਂ ਮਹਿਲ ਕਾਰਾਂ, ਮੈਂ ਤਾਂ ਕੰਮ ਨੂੰ ਤਰਸਦਾ ਸੀ। ਤੇ ਕੋਈ ਰੱਬ ਦਾ ਨਾਮ ਗਿਆਨ ਧਿਆਨ ਵੀ ਦੇ ਦਿਓ, ਕੋਈ ਨਾਮ ਜਪਣ ਵਾਲੀ ਬੁੱਧ ਦੇ ਦਿਓ। ਕਹਿੰਦੇ ਭਾਈ ਇਸ ਤੋਂ ਅਗਲੀ ਪੰਕਤੀ ਪੜ੍ਹ ਲਾ। ਉਹਨੇ ਫਿਰ ਅਗਲੀ ਪੰਕਤੀ ਦਾ ਮੰਤਰ ਪੜ੍ਹਿਆ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਉਹਦੀ ਫਿਰ ਬੁੱਧ ਵੀ ਤਤ ਬੇਤਾ ਮਹਾਂਪੁਰਖ ਨੂੰ ਕਹਿੰਦੇ ਆ। ਬੁੱਧੀ ਹੀ ਰਾਖਸ਼ ਬਣਾਉਂਦੀ ਹੈ, ਬੁੱਧੀ ਹੀ ਦੇਵਤਾ ਬਣਾਉਂਦੀ ਹੈ, ਬੁੱਧ ਹੀ ਵਪਾਰੀ ਬਣਾਉਂਦੀ ਹੈ,
ਜਿੱਧਰ ਨੂੰ ਤੁਰ ਪਈ। ਗਿਆਨ ਧਿਆਨ ਵੀ ਮਿਲ ਗਿਆ, ਤਤ ਬੇਤਾ ਬਣ ਗਿਆ। ਦੋ ਪੰਕਤੀਆਂ ਨੇ ਸਭ ਕੁਝ ਦੇ ਦਿੱਤਾ, ਲੋਕ ਦੇ ਸੁੱਖ ਵੀ ਪਰਲੋਕ ਦੇ ਸੁੱਖ ਵੀ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਕਿਰਪਾ ਕਰਦਾ ਹੈ ਗੁਰੂ। ਮਾਇਆ ਬੜੀ ਹੈ ਪਰ ਭਗਤੀ ਨਹੀਂ, ਮਨ ਨਹੀਂ ਜੁੜਦਾ, ਮਾਰੀ ਦਾ ਕਰਦਾ, ਡਰਦਾ ਹੋਇਆ ਲੋੜਾਂ ਵਾਸਤੇ, ਕਿਉਂਕਿ ਨਾਮ ਨਾਲ ਹੀ ਸਾਰੇ ਕੰਮ ਹੋਣੇ। ਕਹਿੰਦੇ ਨੇ ਮਨ ਜੋੜ ਭਗਤੀ ਚ, ਗੁਰੂ ਤੋਂ ਦਾਤਾ ਲਏ। ਦੋ ਪੰਕਤੀਆਂ ਨਾਲ ਫਿਰ ਉਹਨੇ ਕਿਹਾ, ਮਹਾਰਾਜ ਇਹ ਮੰਤਰ ਕਿਹਨਾਂ ਦਾ ਏ? ਕਿ ਉਹਨੇ ਕਿਹਾ ਸੁਖਮਨੀ ਸਾਹਿਬ ਦੇ ਪਾਠ ਦੀਆਂ ਦੋ ਪੰਕਤੀਆਂ। ਹੁਣ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ, ਸਭ ਕੁਝ ਹੀ ਮਿਲ ਜਾਂਦਾ ਹੈ। ਜਿਹੜੇ ਪ੍ਰੀਤ ਨਾਲ ਸੁਖਮਨੀ ਸਾਹਿਬ ਪੜ੍ਹਦੇ ਆ, ਉਹਨਾਂ ਦੇ ਦਰਸ਼ਨ ਹੀ ਦੁਰਲੱਭ ਹੋ ਜਾਂਦੇ ਆ। ਜਿਨ੍ਹਾਂ ਨੂੰ ਪ੍ਰੀਤ ਹੁੰਦੀ ਸੁਖਮਨੀ ਸਾਹਿਬ ਤੇ, ਭਰੋਸਾ ਤੇ ਵਿਸ਼ਵਾਸ ਹੈ ਬਾਣੀ ਤੇ। ਕਈਆਂ ਨੂੰ ਤਾਂ ਸੁਖਮਨੀ ਸਾਹਿਬ ਬੜਾ ਦੁਖੀ ਕਰਦਾ ਹੈ। ਐਡੀ ਵੱਡੀ ਬਾਣੀ, ਇਹ ਤਾਂ ਘੰਟੇ ਤੋਂ ਪਹਿਲੋਂ 1.5 ਘੰਟੇ ਤੋਂ ਪਾਠ ਹੀ ਨਹੀਂ ਹੋਣਾ। ਤੇ ਕਈ ਕਹਿੰਦੇ ਆ ਵੀ ਪਾਠ ਮੈਂ ਸੁਖਮਨੀ ਕਰੀ ਜਾਵਾਂ, ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ, ਤੇ ਕਈ ਤਾਂ ਇੱਕ ਪਾਠ ਹੀ ਮਸਾਂ ਕਰਦੇ ਆ। ਬਾਬਾ ਜੀ ਸਭ ਨੂੰ ਸੁਖਮਨੀ ਸਾਹਿਬ ਦਾ ਪਾਠ ਕਹਿੰਦੇ ਸੀ। ਇਸ ਦੇ ਕੰਮ ਵਪਾਰੀਆਂ ਨੇ, ਪੜ੍ਹਾਈ ਕਰਨ ਵਾਲਿਆਂ ਨੇ ਕਹਿਣਾ ਜੀ ਬਾਬਾ ਜੀ ਮੈਂ 2 ਅਸ਼ਟਪਦੀਆਂ ਰੋਜ਼ ਕਰਨਾ। ਬਾਬਾ ਜੀ ਚੱਲ ਕਰਤਾ ਸੀ, ਆਪੇ ਤੂੰ ਪੂਰਾ ਪਾਠ ਕਰ ਲੇਗਾ। ਜੇ 2 ਹੀ ਕਰੇਗਾ ਤੇ ਵੱਧ ਜਾਏਗਾ। ਇਹਦੇ 'ਚ ਹੈ ਬੜਾ ਕੋਈ। ਕਿਸੇ ਨੇ ਕਹਿਣਾ ਜੀ ਮੈਂ 2 ਦਿਨਾਂ 'ਚ ਪਾਠ ਕਰਾਂਗਾ। ਕਿਸੇ ਨੇ ਕਹਿਣਾ ਮੈਂ ਪਾਠ ਕਰ ਲਾਂਗਾ। ਬਾਬਾ ਜੀ ਨੇ ਕਹਿਣਾ 2 ਕਰੋ ਰੋਜ਼। ਉਹਨੇ ਕਹਿਣਾ ਜੀ ਮੈਂ 1 ਕਰਾਂਗਾ। ਕਿਸੇ ਨੇ ਬਚਨ ਮੰਨ ਕੇ 2 ਪਾਠ। ਕਿਸੇ ਨੂੰ 2 ਨਾਲ ਵੀ ਨਹੀਂ ਸਬਰ ਆਉਂਦਾ ਸੀ, ਉਹਨਾਂ 5 ਪਾਠ ਕਰਨੇ। ਬਾਣੀ ਨਾਲ ਪ੍ਰੀਤ ਹੋ ਜਾਵੇ, ਬਾਣੀ ਨਾਲ ਮਨ ਜੁੜ ਜੇ। ਬੱਧਾ ਰੁੱਧਾ ਬੜੀ ਪੜ ਜਾਂਦਾ ਬਾਣੀ, ਫਿਰ ਛੱਡ ਕੇ ਬਹਿ ਜਾਂਦਾ ਹੈ। ਜਪੋ ਸਾਰੇ ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਾਰੇ ਬੋਲੋ ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਬਾਣੀ ਨਾਲ ਪ੍ਰੀਤ ਹੋਵੇ, ਸੇਵਾ ਸਿਮਰਨ ਨਾਲ ਰੰਗ ਚੜ ਜਾਏ। ਝੂਠੇ ਰੰਗ ਚੜ੍ਹਦੇ ਆ ਸੰਸਾਰ,
ਸੱਚਾ ਰੰਗ ਚੜੇ ਬੰਦੇ ਤੇ। ਸਭ ਕੁਝ ਸੇਵਾ ਸਿਮਰਨ ਵਿੱਚ ਲੁਟਾਈ ਜਾਵੇ ਤੇ ਇਹਨੂੰ ਗਰੀਬੀ ਮਿਲਦੀ ਜਾਵੇ, ਹੰਕਾਰ ਟੁੱਟਦਾ ਜਾਵੇ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਿਸਾਵੇ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ। ਪੂਰੀ ਭਾਵਨਾ ਨਾਲ ਪਾਠੀ ਸਿੰਘ ਪਾਠ ਕਰਨ, ਕਰਾਉਣ ਵਾਲਿਆਂ ਦੀ ਭਾਵਨਾ ਹੋਵੇ। ਠੰਡ ਵਰਤ ਜਾਂਦੀ ਏ ਘਰ 'ਚ, ਪਰਿਵਾਰ 'ਚ, ਸੰਸਾਰ 'ਚ। ਜਦੋਂ ਨਾਮ ਪੂਰੀ ਭਾਵਨਾ ਹੋਵੇ, ਪਾਠੀ ਵੀ ਟਾਈਮ ਹੀ ਪਾਸ ਕਰਨ, ਫਿਰ ਪੂਰਾ ਰੰਗ ਨਹੀਂ ਵੱਜਦਾ, ਪੂਰਾ ਆਨੰਦ ਨਹੀਂ ਆਉਂਦਾ। ਜਦੋਂ ਭਾਵਨਾ ਨਾਲ ਪਾਠੀ ਸਿੰਘ ਪਾਠ ਕਰਨ, ਕਰਾਉਣ ਵਾਲੇ ਭਾਵਨਾ ਸ਼ਰਧਾ ਨਾਲ ਕਰਨ ਤੇ ਸੁਣਨ, ਉਹਦਾ ਬਹੁਤ ਜ਼ਿਆਦਾ ਫਲ ਹੈ। ਬੱਧਾ ਰੁੱਧਾ ਤਾਂ ਸਾਰਾ ਸੰਸਾਰ ਹੀ ਤੁਰਿਆ ਫਿਰਦਾ ਹੈ। ਗੁਰਸਿੱਖ ਅੰਦਰ ਚਾਹ ਹੋਵੇ, ਭਾਵਨਾ ਹੋਵੇ। ਇਹ ਬੜੀ ਵੱਡੀ ਕਮੀ ਹੈ ਕਿ ਜਦੋਂ ਅਸੀਂ ਪਾਠ ਰੱਖਦੇ ਹਾਂ ਸਾਰੇ ਲੁਕਦੇ ਆ, ਭੱਜ ਭੱਜ ਕੇ ਨਹੀਂ ਲੱਗਦੇ, ਤੇ ਫਿਰ ਤੰਗ ਵੀ ਬੜੇ ਹੁੰਦੇ ਆ, ਫਿਰ ਰੋਂਦੇ ਆ, ਦੁਖੀ ਹੁੰਦੇ ਆ ਜਿਹੜੇ ਲੁਕਦੇ ਆ। ਜਿਹੜੇ ਭੱਜ ਭੱਜ ਕੇ ਸੇਵਾ ਮੰਗਦੇ ਤੇ ਕਰਦੇ, ਉਹਨਾਂ ਦੇ ਗੁਰੂ ਸਾਹਿਬ ਵੀ ਭੱਜ ਭੱਜ ਕੇ ਕੰਮ ਕਰਦੇ ਸਾਰੇ। ਉਹਨਾਂ ਦੇ ਕੰਮਾਂ 'ਚ ਰੱਬ ਭੱਜਿਆ ਫਿਰਦਾ, ਜਿਹੜੇ ਸੇਵਾ 'ਚ ਭੱਜੇ ਫਿਰਦੇ, ਜਿਹੜੇ ਸੇਵਾ ਸਿਮਰਨ ਬੱਧੇ ਹੋਏ ਕਰਦੇ ਆ, ਰੱਬ ਵੀ ਉਹਨਾਂ ਦੇ ਮਸਾਂ ਬੱਧੇ ਹੋਏ ਕੰਮ ਕਰਦਾ। ਜਿਹੜੇ ਸੇਵਾ ਸਿਮਰਨ ਭਗਤੀ ਤੋਂ ਲੁਕ ਜਾਂਦੇ ਨੇ, ਰੱਬ ਵੀ ਉਹਨਾਂ ਨੂੰ ਦੇਣ ਵੇਲੇ ਲੁਕ ਜਾਂਦਾ। ਕਹਿੰਦੇ ਇਹ ਤਾਂ ਸ਼ੀਸ਼ੇ ਵਰਗਾ ਹੈ, ਜਿਹੋ ਜਿਹਾ ਤੇਰਾ ਮੂੰਹ ਉਹੋ ਜਿਹਾ ਹੀ ਦਿਸਣਾ ਹੈ। ਕੀਤਾ ਲਈਏ ਆਪਣਾ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਸੇ ਹੱਥ ਨਾ ਆਵੇ। ਜਿਹੜਾ ਤੂੰ ਦਿੱਤਾ ਹੈ ਉਹੀ ਤੈਨੂੰ ਮਿਲਣਾ ਹੈ। ਪੜ੍ਹ ਲਓ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗੁਰੂ ਸਾਹਿਬ ਦੀਆਂ ਮੇਰਾ ਤੇ ਕਿਰਪਾ ਹੁੰਦੀ ਹੈ, ਜਿਹੜਾ ਕੋਈ ਸੰਭਾਲ ਲਵੇ। ਰੱਬ ਪ੍ਰਸੰਨ ਹੋ ਗਿਆ ਤੇ ਸਾਰੇ ਕੰਮ ਪੂਰੇ। ਕਹਿੰਦੇ ਪ੍ਰਸੰਨਤਾ ਦੀ ਨਿਸ਼ਾਨੀ ਕੀ? ਪਾਠ ਹੋਇਆ ਕੀ ਨਿਸ਼ਾਨੀ? ਕਹਿੰਦੇ ਅਸੀਂ ਵੀ ਖੁਸ਼ ਹੋਵਾਂਗੇ, ਪਾਠੀ ਸਿੰਘ ਵੀ ਪੂਰੇ ਖੁਸ਼ ਹੋਣਗੇ। ਸੰਤਾਂ ਮਹਾਂਪੁਰਖਾਂ ਸਾਧ ਸੰਗਤ ਦੀ ਕਿਰਪਾ ਹੋਏਗੀ। ਜੇ ਰੱਬ ਰੁੱਠੇ ਦੀ ਨਿਸ਼ਾਨੀ ਹੈ ਕਿ ਅਸੀਂ ਵੀ ਪੂਰੇ ਖੁਸ਼ ਨਹੀਂ, ਪਾਠੀ ਸਿੰਘ ਵੀ ਬਸ ਬੱਧੇ ਹੀ ਨੇ, ਲੋਭੀ ਨੇ ਮਾਇਆ ਦੇ। ਦਿੱਲੀ ਅਸੀਂ ਗਏ ਤੇ ਉਹ ਕਹਿੰਦੇ ਜੀ ਪਾਠੀ ਹੈਗੇ ਅਸੀਂ। ਮੈਂ ਕਿਹਾ ਚਲੋ ਲਾ ਲਓ ਫਿਰ ਪਾਠ। ਲਾਗੇ ਬੜਾ ਰੌਲਾ ਪਾਉਣ, ਇੰਨੀ ਮਾਇਆ ਲੈਣੀ, ਇੰਨੀ ਮਾਇਆ। ਜੋ ਪਾਠ ਹੋ ਗਿਆ ਵਿੱਚੋਂ ਭਜਨ,
ड्यूटी ना पूरी देन। मैं क्या ये दिल्ली के कमेटी के प्रबंधकों को चाहिए है दिल्ली का बेड़ा पाठियां नहीं डोब देना। जिन्ने उत्थे पाठी गंदे आ ना, एक तो अलवरवाल दे आ, वो घर च शराबा कढ़दे आ ते पाठी बने हुए आ। मर्यादा नहीं राय सिखने हो कई पिंड ने उन्होंने। एक परा गजरोले वाले वो भईए ने सारे गरीब ने, वो लालच वास्ते पाठी बने हुए आ पाटड़े। बहुत घटिया साडा विआह वाह पिया 2 वारी। मैं क्या हुण ये पाठी जिथे जाणगे बेड़ा ही डोबणगे, जिंदा पाठ करनगे उनका सत्यानाश ही करनगे। इन्हां ने कोई चंगा कर्म नहीं करना। गुरु साहब ये कमेटियां नूं प्रबंधकां नूं चाहिए है इहो जे पाठियां दे बैन लाउण। ठेकेदारियां करदे आ, विचों अंग छड़ जांदे बाणी दे, बेअदबियां करदे आ। बहुत घटिया होंदे गुरसिख संप्रदावां दे टकसालां 'च पढ़े होए नितनेमी पाठी बहुत घट होंदे। उन्हां दे पाठ कराया सुख मिलता है, दूजियां तो नहीं कराउणी चाहिए। वो नुकसान कर जाते आ, ज़्यादा नुकसान हो जाता। अगे नाल भी रह जाता है। कहते कोई आदमी ना एक पीर दियां हाजरियां भरदा हुंदा सी ते मंगदा सी भी मेरा विआह हो जी। उन्हें जाना हाजरियां भरनियां पीर दियां भी मेरा विआह हो जी। कहते पीर का नाम सी मतोई। वो मतोई नूं मनदा सी। हाजरियां भरदियां भरदियां ना उनकी मां मर गई। वो जाके कहता वाह बाबा मतोई, तू मैनू तो की देनी सी, मेरे प्यो की भी खोई। कईयां दे पाठ इहो जिहे आ, काम तो की सरना है, उल्टे होर नुकसान हो जाते। पाठी बहुत गलत होंदे, बेढंगे बेमर्यादा वाले। वो फिर मतोई वांगू ही कहते आ वाह बाबा मतोई, तू मैनू तो की देनी सी, मेरे प्यो की भी खोई। इन्हां तो बचो जेड़े गुरु साहब दियां बेअदबियां करदे। संप्रदायिक नहीं, टकसाली नहीं, नितनेमी नहीं, बहुत गलत पाठी। बाबा जी कहते सी पिंड विच गुरुद्वारे च गुरु साहब की सेवा होवे, नितनेम होवे। भाईओ बह जाओ, थोड़े च मतोई तो नहीं आ गया कि असी बिठाने तुसी उल्टा भजन लग पिया जी। गुरु की मेहर नाल मर्यादा विच पाठ होवे, ठंड पैंदी, सारे काम पूरे होंदे। ना माया की कमी, ना पदार्थां की। साधु संत महापुरुष भी मीह वांगू वरसदे आ। ते पूरियां लहरां बहरां लगियां रहिंदियां। उन्ना ही ज़्यादा सानू मिलता है। ये फल होंदा है।
ਕਹਿੰਦੇ ਰਾਜਸਥਾਨ ਦੇ ਵਿੱਚ ਰਾਜੇ ਜਿਹੜੇ ਪੁਰਾਣੇ ਨਾ ਬਹੁਤ ਚੰਗੇ ਹੁੰਦੇ ਸੀ, ਧਰਮ ਵਾਲੇ ਹੁੰਦੇ ਸੀ। ਹੁਣ ਤਾਂ ਰਾਜਿਆਂ ਕੋਲ ਹੈ ਹੀ ਨਹੀਂ। ਫਰੀਦਕੋਟ ਵਾਲਿਆਂ ਰਾਜਿਆਂ ਨੇ ਜਿਹੜੇ ਸੀ ਨਾ 100 ਸਾਲ ਹੀ ਪਹਿਲੋਂ, ਉਹਨਾਂ ਨੇ ਫਰੀਦਕੋਟ ਦਾ ਟੀਕਾ ਵੱਜਦਾ, ਉਹਨਾਂ ਸਭ ਤੋਂ ਪਹਿਲੋਂ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਕੀਤਾ। ਕੈਂਥਲ ਵਾਲੇ ਰਾਜੇ ਨੇ ਸਾਰਾ ਸੂਰਜ ਪ੍ਰਕਾਸ਼ ਸਾਰੇ ਗੁਰੂਆਂ ਦਾ ਇਤਿਹਾਸ ਲਿਖਾਇਆ। ਭਾਈ ਸੰਤੋਖ ਸਿੰਘ ਕਵ ਚੂੜਾਮਣੀ ਉਹਨਾਂ ਨੇ ਰੱਖਿਆ, ਤੇ ਨਾਭੇ ਵਾਲਿਆਂ ਨੇ ਬਹੁਤ ਕੁਝ ਕਰਾਇਆ। ਉਹਨੂੰ ਵੀ ਭਗਤੀ ਦਾ ਰੰਗ ਸੀ। ਉਹਨਾਂ ਭਗਤਮਾਲ ਨਾਭਾ ਭਗਤਮਾਲ ਸਾਰੇ ਸੰਤਾਂ ਭਗਤਾਂ ਦੀਆਂ ਸਾਖੀਆਂ। ਨਾਭੇ ਵਾਲਿਆਂ ਨੇ ਭਾਈ ਕਾਹਨ ਸਿੰਘ ਨਾਭਾ, ਜਿਹਨੇ ਮਹਾਨ ਕੋਸ਼ ਹੋਰ ਬਹੁਤ ਰਚਨਾ ਲਿਖੀਆਂ। ਇਹਨਾਂ ਦਾ ਪਿਤਾ ਇੱਕ ਚੌਂਕੜੇ 'ਚ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਸੀ, ਤੇ ਇੱਕ ਚੌਂਕੜੇ 'ਚ ਮਹਾਰਾਜਾ ਹੀਰਾ ਸਿੰਘ ਨਾਭਾ ਉਹ ਵੀ ਇੱਕ ਚੌਂਕੜੇ 'ਚ ਪਾਠ ਸੁਣਦਾ ਸੀ। ਇੰਨਾ ਗੁਰਮੁਖ ਸੀ। ਇਹ ਰਾਜਿਆਂ ਨੂੰ ਭਗਤੀ ਦੇ ਰੰਗ ਸੀ। ਤੇ ਹੁਣ ਦੇਖ ਲਓ ਤੁਸੀਂ, ਹੁਣ ਦੇ ਰਾਜਿਆਂ ਦਾ ਹਾਲ ਕੀ ਹੈ। ਉਹਨਾਂ ਕਿੱਥੋਂ ਨਾਮ ਜਪਣਾ ਹੈ। ਭਾਵੇਂ ਹੋਰ ਬੜੇ ਸ਼ੌਂਕ ਨੇ ਉਹਨਾਂ ਨੂੰ, ਨਾਮ ਦਾ ਹੈ ਨਹੀਂ, ਤੇ ਦੁਨੀਆ ਨੂੰ ਸੁੱਖ ਤਾਂ ਨਹੀਂ ਮਿਲਦਾ। ਇਹ ਜਿਹੜਾ ਪਟਿਆਲੇ ਵਾਲਾ ਰਾਜਾ ਸੀ, ਇਹਨਾਂ ਰਾਜਿਆਂ ਨੂੰ ਤਾਂ ਨਾਮ ਜਪਣ ਜਪਾਉਣ ਭਗਤੀ ਸਿਮਰਨ ਦੇ ਬੜੇ ਸ਼ੌਂਕ ਸੀ। ਕਿਸੇ ਨੇ ਗੁਰੂ ਘਰ ਬਣਵਾਏ, ਗੁਰੂ ਘਰ ਸੋਨਾ ਹੀਰੇ ਮੋਤੀ ਦਾਨ ਕੀਤੇ। ਕਿਸੇ ਨੇ ਬੜੇ ਇਤਿਹਾਸ ਗੁਰੂਆਂ ਦੇ ਲਿਖਾਏ, ਯਾਦਗਾਰਾਂ ਬਣਾਈਆਂ। ਤੇ ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਜੀ ਉਹ ਤੀਵੀਆਂ ਦਾ ਹੀ ਸ਼ੌਕੀਨ ਸੀ। ਉਹ ਜਿੱਥੇ ਕੋਈ ਸੋਹਣੀ ਲੜਕੀ ਵੇਖਦਾ ਸੀ ਉਹਦੇ ਨਾਲ ਸ਼ਾਦੀ ਕਰਾ ਲੈਂਦਾ ਸੀ। ਬਾਬਾ ਜੀ ਨੇ ਕਿਹਾ ਸੀ ਤੇਰਾ ਬੇੜਾ ਡੁੱਬਣ ਵਾਲਾ ਹੈ। ਗੁਰੂਆਂ ਪੀਰਾਂ ਨੇ ਤੁਹਾਨੂੰ ਦਾਤਾ ਰਾਜ ਦਿੱਤੇ ਆ, ਤੇ ਜੇ ਇਹ ਮਹਾਂਪੁਰਖਾਂ ਨੂੰ ਛੱਡ ਕੇ ਤੁਹਾਨੂੰ ਮਾਇਆ ਦੇ ਪਦਾਰਥਾਂ ਦੇ ਰੰਗ ਛੱਡ ਗਏ, ਇਹ ਤੁਹਾਡਾ ਬੇੜਾ ਡੋਬ ਦੇਣਗੇ। ਇਹ ਨਾਮ ਜਪ ਕੇ ਤਰਨਾ ਹੈ, ਭਗਤੀ ਕਰਕੇ ਤਰਨਾ ਹੈ। ਪੜੋ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਉਸ ਰਾਜੇ ਦਾ ਨਾਮ ਸੀ ਅੰਗਦ ਸਿੰਘ। ਅੰਗਦ ਸਿੰਘ ਰਾਜਾ ਸੀ, ਛਤਰੀ ਸੀ, ਰਾਜਪੂਤ ਸੀ। ਉਹਦਾ ਇੱਕ ਰਾਜਾ ਭਤੀਜਾ ਸੀ, ਉਹਦਾ ਨਾਂ ਸਲਾਹਦੀਨ ਸਿੰਘ ਰਾਜਾ ਸੀ। ਇਹ ਅੰਗਦ ਸਿੰਘ ਜੀ ਉਹ ਸਲਾਹਦੀਨ ਸਿੰਘ ਸੀ। ਕਹਿੰਦੇ ਅੰਗਦ ਸਿੰਘ ਨੂੰ ਬੜਾ ਮਹਾਂਪੁਰਸ਼ਾਂ ਦਾ ਸੇਵਾ ਕਰਨ ਦਾ ਨਾਮ ਬੜਾ ਸ਼ੌਂਕ ਸੀ। ਉਹਦਾ ਰਾਜ ਭਾਗ ਵੱਧਦਾ ਗਿਆ। ਚਾਚੇ ਦਾ ਰਾਜ ਭਾਗ ਬਹੁਤ ਸੀ। ਉਹਨੇ ਇੱਕ ਰਾਜੇ ਤੇ ਚੜ੍ਹਾਈ ਕੀਤੀ। ਸੰਤਾਂ ਮਹਾਂਪੁਰਖਾਂ ਦੀ ਕਿਰਪਾ ਸੀ। ਉਹ ਰਾਜਾ ਲੜਾਈ 'ਚੋਂ ਜਦੋਂ ਹਾਰਦਾ ਭੱਜ ਤੁਰਿਆ ਨਾ, ਉਹਨੇ ਝਪਟ ਮਾਰ ਕੇ ਉਹਦੀ ਪੱਗ ਲਾ ਲਈ। ਪੱਗ ਦੇ ਨਾਲ 101 ਹੀਰਾ ਲੱਗਾ ਸੀ। ਤੇ ਰਾਜਾ ਅੰਗਦ ਸਿੰਘ ਨੇ ਲਿਆ ਕੇ ਨਾ 100 ਹੀਰਾ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ 'ਚ ਲਾਤਾ।
ਇੱਕ ਹੀਰਾ ਬਚਿਆ, ਉਹ ਵੱਡਾ ਸੀ, ਬੜਾ ਹੀ ਮਹਿੰਗਾ ਸੀ। ਕਹਿੰਦਾ ਵੀ ਇਹ ਮੈਂ ਆਪਣੇ ਭਗਵਾਨ ਨੂੰ, ਜਗਨਨਾਥ ਨੂੰ ਮੰਨਦਾ ਸੀ ਵੀ ਉਹਨਾਂ ਨੂੰ ਦਾਨ ਕਰਾਂਗਾ। ਜਦੋਂ ਜਾਵਾਂਗਾ ਜਗਨਨਾਥ ਨੂੰ ਹੀਰਾ ਦਾਨ ਦੇਵਾਂਗਾ, ਉਹ ਉਹਨੇ ਆਪਣੇ ਪੱਗ ਦੇ ਪੱਲੇ 'ਚ ਬੰਨ੍ਹ ਕੇ ਰੱਖਣਾ। ਉਹਦੇ ਪਤੀ ਉਸ ਰਾਜੇ ਦਾ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਸੀ, ਉਹਦੀ ਭੈਣ ਸੀ ਵਿਧਵਾ, ਉਹ ਸਾਰਾ ਕਰਦੀ ਸੀ। ਜਿੰਨਾ ਲੰਗਰ ਪਾਣੀ ਦਾ ਹੱਥ ਸੀ ਰਾਜੇ ਅੰਗਦ ਸਿੰਘ ਦਾ, ਉਹ ਵਿਧਵਾ ਭੈਣ ਕੋਲ ਸੀ। ਉਹਨੇ ਪਹਿਲੋਂ ਹੀ ਠਾਕਰਾਂ ਨੂੰ ਭੋਗ ਲਵਾ ਦੇਣਾ ਤੇ ਫਿਰ ਰਾਜੇ ਅੰਗਦ ਸਿੰਘ ਨੂੰ ਪ੍ਰਸ਼ਾਦਾ ਛਕਾਉਣਾ। ਇਹ ਗੁਰਮੁਖਾਂ ਮਹਾਂਪੁਰਖਾਂ ਦਾ ਕੰਮ ਹੁੰਦਾ ਹੈ। ਭੋਗ ਲਵਾਏ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ, ਕਿਉਂਕਿ ਮਾੜੀ ਚੀਜ਼ ਨਹੀਂ ਆਉਂਦੀ। ਫਿਰ ਅੰਮ੍ਰਿਤ ਆਉਂਦਾ ਜਿਹੜਾ ਭੋਗ ਲਵਾ ਕੇ ਠਾਕਰਾਂ ਨੂੰ, ਗੁਰੂਆਂ ਨੂੰ ਪ੍ਰਸ਼ਾਦ ਘਰ 'ਚ ਵਰਤੇ, ਉਹਦੇ ਘਰ 'ਚ ਜ਼ਹਿਰ ਨਹੀਂ ਆ ਸਕਦੀ। ਜੋ ਗੁਰ ਦਿਓ ਤਾਂ ਬਿਖ ਮੇਵਾ। ਕਹਿੰਦੇ ਜੇ ਗੁਰੂ ਤੁਹਾਡੇ ਨਾਲ ਤੇ ਜ਼ਹਿਰ ਵੀ ਅੰਮ੍ਰਿਤ ਬਣ ਜਾਏਗੀ। ਪਹਿਲੋਂ ਗੁਰੂਆਂ ਨੂੰ ਭੋਗ ਲਵਾਓ, ਫਿਰ ਪ੍ਰਸ਼ਾਦ ਘਰ ਵਿੱਚ ਵਰਤੋ ਹਰ ਚੀਜ਼। ਭੁੱਚੋ ਸਾਹਿਬ ਦੀ ਮਰਜ਼ਾਦਾ ਹੈ, ਤੁਸੀਂ ਆਮ ਪ੍ਰਸ਼ਾਦ ਲਿਜਾਓ, ਤੁਹਾਨੂੰ ਉਹਦੇ 'ਚੋਂ ਵਾਪਸ ਦਿੰਦੇ ਆ। ਉੱਥੇ ਤੁਸੀਂ ਪ੍ਰਸ਼ਾਦ ਲਿਜਾਓ, ਤੁਹਾਨੂੰ ਉਹ ਨਹੀਂ ਵਾਪਸ ਦੇਣਾ ਉਹਨਾਂ ਨੇ, ਸੇਵਾਦਾਰਾਂ ਨੇ ਹੋਰ ਦੇਣਾ ਹੈ। ਉਹਦੀ ਫਿਰ ਸਾਰੀ ਮਰਜ਼ਾਦਾ ਹੁੰਦੀ ਹੈ। ਜੋ ਬਾਬਾ ਜੀ ਨੇ ਸ਼ੁਰੂ ਕੀਤਾ, ਉਹ ਬਾਬਾ ਜੀ ਜਾਣਦੇ ਸੀ ਕਿਵੇਂ ਉਹ 4-5 ਥਾਵਾਂ 'ਤੇ ਰੱਖ ਕੇ ਮੱਥਾ ਟੇਕ ਕੇ ਉਹਦਾ 10, 12, 13 ਮਰਜ਼ਾਦਾ ਹੋ ਜਾਂਦੀਆਂ, ਫਿਰ ਉਹਨੂੰ ਵਰਤਣਾ। ਉਹ ਅੰਮ੍ਰਿਤ ਹੋ ਜਾਂਦਾ ਚੀਜ਼। ਸੰਖੀਆ ਕੱਚਾ ਖਾ ਲਓ, ਵਹਿ ਜਾਂਦਾ ਹੈ ਸਰੀਰ 'ਚ, ਮਾਰ ਲਵੋ ਤੇ ਕੁਸਤਾ ਬਣ ਜਾਂਦਾ ਹੈ। ਕੋਈ ਵੀ ਚੀਜ਼ ਬਣੀ ਹੋਈ ਕੰਮ ਦਿੰਦੀ, ਕੱਚੀ ਨੁਕਸਾਨ ਕਰ ਜਾਂਦੀ। ਦਵਾਈ ਬੂਟੀ ਵੀ ਅੰਮ੍ਰਿਤ ਬਣਾ ਕੇ ਖਾਓ, ਭੋਗ ਲਵਾ ਕੇ ਗੁਰੂ ਸਾਹਿਬ ਨੂੰ। ਉਹ ਘਰੇ ਭੋਗ ਵੀ ਲਵਾ ਦਿੰਦੀ ਸੀ ਤੇ ਰਾਜੇ ਨੂੰ ਪ੍ਰਸ਼ਾਦਾ ਛਕਾਉਂਦੀ ਸੀ। ਉਹਦੇ ਭਤੀਜੇ ਨੇ ਭੈਣ ਦੇ ਨਾਲ ਗੱਲਬਾਤ ਕੀਤੀ ਕਿ ਤੇਰਾ ਜਿਹੜਾ ਭਰਾ ਹੈ ਨਾ, ਇਹਦੇ ਕੋਲ ਜਿਹੜਾ ਹੀਰਾ ਹੈ ਬੜਾ ਹੀ ਕੀਮਤੀ ਹੈ। ਉਹਨੇ ਬੜੇ ਯਤਨ ਕੀਤੇ ਹੀਰਾ ਮੈਨੂੰ ਮਿਲ ਜੇ, ਪਰ ਅੰਗਦ ਸਿੰਘ ਨੇ ਹੀਰਾ ਰੱਖਿਆ ਸੀ ਭਗਵਾਨ ਵਾਸਤੇ, ਉਹਨੂੰ ਪਾ ਨਾ ਸਕਿਆ। ਹੁਣ ਲਾਲਚ ਮਾੜਾ ਹੈ, ਬੰਦਾ ਉਲਟੀਆਂ ਸੋਚਾਂ 'ਚ ਪੈ ਜਾਂਦਾ। ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਿੰਦੇ ਉਹਨੇ ਭੈਣ ਦੇ ਨਾਲ ਨਾ ਗਣਤਪ ਕੀਤਾ, ਭਤੀਜੇ ਨੇ ਭੂਆ ਦੇ ਨਾਲ, ਕਿ ਰਾਜੇ ਨੂੰ ਜ਼ਹਿਰ ਦੇ ਕੇ ਮਾਰ ਦੇ, ਮੈਂ ਤੈਨੂੰ ਇੰਨੀ ਮਾਇਆ ਦਿਆਂਗਾ ਤੇਰੇ ਪੁੱਤਰ ਪੋਤਰਿਆਂ ਤੋਂ ਨਹੀਂ ਮੁੱਕਣੀ। ਆਪਦੇ ਪ੍ਰਾਣ। ਉਹ ਤਿਆਰ ਹੋ ਗਈ ਮਾਇਆ ਦੇ ਲਾਲਚ 'ਚ। ਬਾਬਾ ਖੇਮ ਸਿੰਘ ਜੀ ਮਹਾਰਾਜ ਜਦੋਂ ਪ੍ਰਸ਼ਾਦਾ ਆਉਂਦਾ ਸੀ ਨਾ, ਅਰਦਾਸ ਕਰਕੇ 5 ਮਿੰਟ ਲਾ ਕੇ ਫਿਰ ਬਾਅਦ 'ਚ ਛਕਦੇ ਸੀ, ਚਾਹੇ ਦੁੱਧ ਪਾਣੀ ਛਕਣ, ਸਹਿਬ ਪ੍ਰਸ਼ਾਦਾ ਛਕਣ। ਪਹਿਲੋਂ ਅਰਦਾਸ ਕਰਨੀ, ਆਪਦੇ ਗੁਰੂਆਂ ਨੂੰ ਭੋਗ ਲਵਾਉਣਾ। ਥਾਲ ਪਿਆ ਹੁੰਦਾ ਸੀ ਅੱਗੇ, ਜਾਂ ਚਾਹ ਪਈ ਹੁੰਦੀ ਸੀ, 2-4 ਮਿੰਟ ਸਿਮਰਨ ਪਾਠ ਕਰਕੇ ਫਿਰ ਛਕਣਾ। ਇੱਕ ਸੇਵਕ ਬਾਬਾ ਜੀ ਦੇ ਕੋਲ ਆ ਗਿਆ, ਉਹਨੇ ਚੇਲੇ ਬਣਾ ਲਏ 2-4, ਤੇ ਉਹਨੇ ਕਿਹਾ ਵੀ ਬਾਬਾ, ਪਹਿਲੇ ਬਾਬਾ
ਨਰੈਣ ਸਿੰਘ ਜੀ ਵੀ ਪੂਰੇ 20 ਸਾਲ ਰਹੇ, ਬਾਬਾ ਈਸ਼ਰ ਸਿੰਘ ਜੀ ਵੀ 20 ਸਾਲ ਰਹੇ, ਤੇ ਬਾਬਾ ਖੇਮ ਸਿੰਘ ਜੀ ਵੀ ਮਹਾਂਪੁਰਖ 20 ਸਾਲ ਹੀ ਰਹਿਣਗੇ। 20 ਸਾਲ ਪੂਰੇ ਹੋ ਗਏ। ਉਹਨੇ ਕਿਹਾ ਵੀ ਹੁਣ ਗੱਦੀ ਮੈਨੂੰ ਮਿਲ ਜੇਗੀ। ਬਾਬਾ ਜੀ ਲੋਕਾਂ ਨੂੰ ਕਹਿੰਦਾ ਕਿ ਬਾਬਾ ਜੀ 20 ਸਾਲ ਹੀ ਇਹਨਾਂ ਦੀ ਸੇਵਾ ਹੈ। ਉਹ ਸੇਵਾ ਬੜੀ ਕਰਦਾ ਸੀ ਲੰਗਰ ਦੀ। ਉਹਨੇ ਫਿਰ ਮਹਾਂਪੁਰਸ਼ਾਂ ਨੂੰ ਨਾ ਖਾਣੇ ਵਿੱਚ ਪਾ ਕੇ ਕੁਝ ਦੇ ਦਿੱਤਾ। ਬਾਬਾ ਜੀ ਭੋਗ ਲਵਾ ਕੇ ਛਕਦੇ ਸੀ। ਬਾਬਾ ਜੀ ਦਾ ਤਾਂ ਕੁਝ ਵਿਗੜਿਆ ਨਾ, ਉਹ ਪਤਾ ਲੱਗ ਗਿਆ ਕਿ ਇਹਨੇ ਖਰਾਬੀ ਕਰਦੀ ਲੰਗਰੀ ਨੇ। ਫਿਰ ਉਹਦਾ ਬਹੁਤ ਮਾੜਾ ਹਾਲ ਹੋਇਆ। ਹੁਣ ਧੱਕੇ ਖਾਂਦਾ ਫਿਰਦਾ। ਮਹਾਂਪੁਰਸ਼ਾਂ ਕੋਲ ਅੰਮ੍ਰਿਤ ਹੀ ਹੁੰਦਾ ਹੈ। ਇਹ ਤਾਂ ਜ਼ਹਿਰ ਨੂੰ ਅੰਮ੍ਰਿਤ ਬਣਾ ਲੈਂਦੇ ਆ। ਦੁਨੀਆ ਨੂੰ ਕੀ ਪਤਾ ਹੈ। ਬਾਬਾ ਜੀ ਨੂੰ ਕਹਿੰਦਾ ਸੀ 20 ਸਾਲ, ਬਾਬਾ ਜੀ ਫਿਰ 40 ਸਾਲ ਲਾ ਕੇ ਗਏ। ਆਖੋ ਸੀ ਵਾਹਿਗੁਰੂ। ਉਹਨੇ ਕਿਹਾ ਮੈਂ ਜ਼ਹਿਰ ਦੇ ਕੇ ਗੱਦੀ ਲੈਣਾ। ਉਹਨਾਂ ਕਿਹਾ ਚੱਲ ਜਾ ਫਿਰ ਤੂੰ ਧੱਕੇ ਖਾ। ਤੂੰ ਤਾਂ ਸਾਨੂੰ 20 ਸਾਲ ਕਹਿਣਾ ਸੀ, ਹੁਣ ਅਸੀਂ 40 ਸਾਲ ਨਹੀਂ ਜਾਂਦੇ। ਫਿਰ ਬਾਬਾ ਖੇਮ ਸਿੰਘ ਜੀ ਨੇ ਪੂਰੇ 40 ਸਾਲ ਲਾਏ, ਪੂਰੇ 40 ਸਾਲ। ਇਹ ਤਾਂ ਮੌਜ ਮਹਾਂਪੁਰਖਾਂ ਦੀ, ਦਰਗਾਹੀ ਮਹਾਂਪੁਰਖਾਂ। ਉਹ ਤਾਂ ਦੁਨੀਆ ਨੂੰ ਦੁੱਖਾਂ ਤਕਲੀਫਾਂ ਤੋਂ ਬਚਾਉਂਦੇ ਆ। ਉਹਨਾਂ ਦਾ ਕਿਉਂ ਮਾੜਾ ਹੋ ਸਕਦਾ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਕਹਿੰਦੇ ਰਾਜਾ ਸਲਾਹਦੀ ਸਿੰਘ ਲਾਲਚੀ ਹੋ ਗਿਆ ਭਤੀਜਾ। ਉਹਦਾ ਵੀ ਰਾਜ ਸੀ ਵੀ ਹੀਰਾ ਲੈਣਾ ਮੈਂ। ਭੈਣ ਨੂੰ ਗਣ ਧੁੱਪ ਕਰ ਲਈ। ਭੈਣ ਨੇ ਕਿਹਾ ਹੁਣ ਮੈਂ ਜ਼ਹਿਰ ਪਾ ਕੇ ਮਾਰ ਦਿਆਂਗੀ ਭਰਾ ਨੂੰ। ਉਹਨੇ ਪ੍ਰਸ਼ਾਦੇ ਵਿੱਚ ਜ਼ਹਿਰ ਪਾਤਾ। ਜ਼ਹਿਰ ਪਾ ਕੇ ਤੇ ਨਾਲ ਉਹਨੇ ਭੋਗ ਵੀ ਲਵਾਤਾ ਠਾਕਰਾਂ ਨੂੰ। ਫਿਰ ਉਹ ਪ੍ਰਸ਼ਾਦ ਲਿਆ ਕੇ ਰਾਜੇ ਦੇ ਅੱਗੇ ਰੱਖਿਆ। ਰਾਜਾ ਜਦੋਂ ਪ੍ਰਸ਼ਾਦਾ ਛਕਦਾ ਸੀ ਨਾ, ਉਹ ਆਪਦੀ ਭਣੇਵੀਂ ਨੂੰ ਦੇ ਨਾਲ ਖਾਂਦਾ ਸੀ। ਛੋਟੀ ਭਣੇਵੀਂ ਸੀ। ਉਹ ਰਾਜੇ ਨੇ ਪਹਿਲਾਂ ਉਹਨੂੰ ਖਵਾਉਣਾ, ਫਿਰ ਆਪ ਖਾਣਾ। ਇਹਨੇ ਭਣੇਵੀਂ ਨੂੰ ਪਾਸੇ ਲੁਕੋਤਾ। ਪ੍ਰਸ਼ਾਦਾ ਭੋਗ ਲਵਾ ਕੇ ਰਾਜੇ ਅੱਗੇ ਰੱਖਿਆ। ਰਾਜਾ ਕਹਿੰਦਾ ਵੀ ਉਹਨੂੰ ਭਣੇਵੀਂ ਨੂੰ ਬੁਲਾਓ, ਉਹ ਖਾਏਗੀ, ਫਿਰ ਮੈਂ ਖਾਣਾ ਹੈ। ਉਹਨੇ ਬੜੇ ਬਹਾਨੇ ਮਾਰੇ, ਇੱਧਰ ਉੱਧਰ ਆ, ਖੇਡਣ ਚਲੀ ਗਈ, ਲੱਭ ਨਹੀਂ ਰਹੀ। ਉਹ ਕਹਿੰਦਾ ਵੀ ਪ੍ਰਸ਼ਾਦਾ ਨਹੀਂ ਮੈਂ ਖਾਣਾ। ਮੈਂ ਤਾਂ ਆਪ ਪੱਖਾ ਝੱਲਣ ਲੱਗ ਪਈ ਕਿ ਪੱਗ ਦੇ ਵਿੱਚ ਹੀਰਾ, ਇਹ ਜ਼ਹਿਰ ਖਾ ਕੇ ਮਰ ਜਾਏਗਾ ਤੇ ਮੈਂ ਹੀਰਾ ਕੱਢ ਲਾਂਗੀ। ਉਹਨੇ ਕਿਹਾ ਮੈਂ ਭਣੇਵੀਂ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਣਾ। ਰੋਜ਼ ਮੇਰਾ ਕੰਮ ਹੀ ਇਹ ਆ। ਬੜਾ ਪਿਆਰ ਕਰਦਾ ਸੀ ਬੱਚਿਆਂ ਨਾਲ। ਅਖੀਰੀ ਉਹ ਆਪਣੀ ਧੀ ਨੂੰ ਕਿੱਥੋਂ ਮਾਰੇ। ਤੇ ਰਾਜਾ ਕਹਿੰਦਾ ਮੈਂ ਉਹਦੇ ਬਗੈਰ ਰੋਟੀ ਨਹੀਂ ਖਾਂਦਾ। ਮਨ ਚ ਉਹਦੇ ਠੋਕਰ ਵੱਜੀ ਕਿ ਮੇਰਾ ਭਰਾ ਤਾਂ ਮੇਰੇ ਬੱਚਿਆਂ ਨਾਲ ਇੰਨਾ ਪਿਆਰ ਕਰਦਾ ਹੈ ਤੇ ਮੈਂ ਭਰਾ ਨੂੰ ਜ਼ਹਿਰ ਦੇ ਕੇ ਮਾਰਨ ਲੱਗੀ ਹਾਂ। ਬੜਾ ਅੰਦਰ ਸੱਟ ਵੱਜੀ। ਇਹ ਰੱਬ ਦਾ ਨਾਮ ਭਲਾ ਕਰਦਾ, ਕਿਉਂਕਿ ਰਾਜੇ ਨੇ 100 ਹੀਰਾ 101 ਹੀਰਾ ਮਿਲਿਆ ਸੀ। 100 ਸੰਤਾਂ ਮਹਾਂਪੁਰਸ਼ਾਂ ਦੀ ਸੇਵਾ 'ਚ ਲਾਤਾ ਸੀ। ਇੱਕ ਭਗਵਾਨ ਵਾਸਤੇ ਰੱਖਿਆ ਸੀ। ਸਭ ਕੁਝ ਸੇਵਾ ਸਿਮਰਨ 'ਚ ਲਾਉਂਦਾ ਸੀ। ਅੱਜ ਜਦੋਂ ਉਹਨੇ ਸੱਟ ਲੱਗੀ ਅਖੀਰੀ, ਉਹ ਖੜੀ ਖੜੀ ਰੋ ਪਈ। ਭਰਾ ਨੇ ਪੁੱਛਿਆ ਕਿਉਂ। ਉਹਨੇ ਗਲੇ ਲਾ ਲਿਆ ਭਰਾ ਨੂੰ। ਭਰਾ ਦੇ ਗਲੇ ਲੱਗ ਗਈ ਵੀ ਮੈਂ ਜ਼ਹਿਰ ਲਿਆ ਕੇ ਲਿਆਈ ਹਾਂ ਪਾ ਕੇ ਰੋਟੀ 'ਚ। ਦੂਜੇ ਰਾਜੇ ਨੇ ਮੈਨੂੰ ਕਿਹਾ ਸੀ ਜ਼ਹਿਰ ਦੇ ਕੇ ਮਾਰ ਦੇ, ਮੈਂ ਤੈਨੂੰ ਮਾਇਆ ਹੀ ਨਹੀਂ ਦਿਆਂਗਾ, ਮੁੱਕੇਗੀ ਨਹੀਂ। ਪਰ ਮੇਰਾ ਮਨ ਪਿੰਗਲ ਗਿਆ ਹੈ ਤੇ ਇਸ ਰੋਟੀ 'ਚ ਜ਼ਹਿਰ ਹੈ।
राजे ने धक्के मार के बाहर गेटों भी ये ना खाई, भी आ कर्म मैं कर लिया। राजे ने धक्के मार के बूहे बाहर कढ़ के दरवाजा बंद कर लिया। वो बाहरों वेखदी पई है। राजे ने वो सारा प्रसाद कहना तू ठाकरां नूं भोग लवाता जहर पा के, मेरे सानू प्राण बख्शण वालियां नूं जहर पा के देता। उन्होंने बाहर कढ़ के जो प्रसादा छकिया, छकदियां ही वो जहर अमृत बन गई। आखो सी वाहिगुरु। शरीर च होर ही रंग आनंद आउण लग पे। इन्ना है कि जिन्होंने भरोसा है, जो गुर दिओ तो बिख मेवा। दुनिया तुहाडा बुरा करेगी, तुहाडे नाल तुहाडे गुरु नहीं तुहाडा भला होएगा। दुनिया जहर देवे तुहाडा अमृत बन जाएगा। दुनिया माड़ा करे तुहाडा चंगा होएगा जे तुहाडे नाल गुरु है। जे नाल गुरु है ते सारे सुख ने, जे नाल गुरु नहीं दुनिया सुख देगी दुख बनणगे। दुनिया तुहानू अमृत देवेगी जहर बनेगी। गुरु नहीं तुहाडे नाल। दुनिया तुहाडा चंगा करेगी तुहाडा माड़ा होएगा। गुरु नाल ने ते सारे सुख नहीं, जे गुरु नहीं नाल ते सुख भी नहीं। सेवा सिमरन भगती जिहड़ी बंदे दे किरपा नाल दात मिलदी है। गुरु की किरपा नाल बख्शिश नाल चंगे काम कर लवे बंदा, पाठ पूजा सिमरन करे, शरदा भाव अंदर आवे, प्रेम आवे। ऐती बहुत रजेवें साडे अगे तो असी हर रोज़ 20-20 दिन आईदा जो मां संपट रखीदा। हुण फिर होर थावां ते भी चलदे प्रोग्राम, ते सानू भोग ते आउण दी भी आग्या नहीं मिली। तैयार सी असी, फिर इत्थे नहीं आए, फिर दिल्ली की आग्या मिली। उत्थे भोग जा पवाया एक दिन पहलों, तुहाडे नहीं आउण दी आग्या मिली। फिर इन्हां अखंड पाठ रख ली। मेरा ख्याल शायद मैं अंदर जा ही नहीं सकिया पाठा च। ते भावना नाल करो सारा इलाका, फिर बहुत फल दे। ऐती डंग ही पूरा होया पहाड़ का। जिमें अगे होंदे आ उवें नहीं सारे इलाके वालियां ने। ते ये औखे समय दे विच ये गुरु साहब ने किरपा की, नाम नाल दुख घटे आ संसार दे। जदों तो 50-60 माह संपड़ पाठ रखे गए थां थां ते सारे पासे गुरु साहब की किरपा होनी शुरू हो गई। ते तां ये किरपा हुई है पाठां दे नाल, नाम दे नाल। नाम ही ठंड वरताउंदा है। उस तरह मान वडियाइयां दूजियां नूं मिल जांदी है, किरपा पाठ नाल होंदी है। ते वध तो वध सिमरन कराओ, नाम जपो, सारे सुख बने रहणगे तुहाडे। सारे सुख नाम जपण दे नाल मिलदे आ। ऊठत सुखिया बैठत सुखिया, पौ नहीं लागे जाए से बुझिया। राखा एक हमारा स्वामी, सगल कटाका अंतरजामी। हुण हुक्मनामा होएगा, बाकी फिर विचारा करांगे। हुक्मनामे तो बाद फिर समाप्ति है। सुखमनी साहब का पाठ होएगा तो सारे भाई। मां संपड़ पाठ का स्वाद नहीं आया थी, असी तो हुक्मनामा भी नहीं सुन सके आके इत्थे। वधिया चार नाल करो पूरे, तो फिर गुरु साहब किरपा करनगे। खुशियां ही खुशियां आउंदियां ने सारे पासे। ते भगती कमाओ सारा इलाका, पूरे चा चढ़े होण, गहमा गहम होवे, मन सेवा च लग्या होवे। हुण तक करोने ने पाठ कराया साढ़े को। ये पाठ करोने ने कराया है, अगे असी कराउंदे सी।
ਤੇ ਉਹ ਫਿਰ ਪੂਰਾ ਰੰਗ ਭਾਵ ਲੰਘੇ ਹੁੰਦੇ ਸੀ। ਹੁਣ ਤਾਂ ਆਪਾਂ ਡਰਦਿਆਂ ਹੋਇਆਂ ਨੇ ਭਗਤੀ ਕੀਤੀ ਇਹ ਬਿਮਾਰੀ ਤੋਂ। ਹੁਣ ਚਾਅ ਵਾਲਾ ਪਾਠ ਵੀ ਕਰਿਓ ਸਾਰੇ, ਉਹ ਵੀ ਆਪਾਂ ਸਾਲ ਬਾਅਦ ਜਦੋਂ ਪ੍ਰੋਗਰਾਮ ਆਵੇ ਸਾਰਿਆਂ ਨੇ ਪੂਰੇ ਚਾਅ ਨਾਲ ਟਾਈਮ ਕੱਢ ਕੇ ਸੇਵਾ 'ਚ ਲੱਗੇ, ਡਿਊਟੀਆਂ ਲੈ ਕੇ, ਕੰਮ ਕਾਰ ਛੱਡ ਕੇ ਉਹ ਪਾਠ ਕਰਨਾ ਹੈ। ਤੇ ਇੱਕ ਕਲਯੁਗ ਦੇ ਵਿੱਚ ਗੁਰੂ ਸਾਹਿਬ ਸਾਡੀ ਕਿਰਪਾ ਕਰਨ, ਲਾਜ ਰੱਖਣ। ਘੋਰ ਕਲਯੁਗ ਦਾ ਸਮਾਂ ਹੈ। ਹਰ ਜਸ ਗਾਇਓ ਸੰਜਨਾ ਮਿਲ, ਹਰ ਜਸ ਗਾਇਓ ਸੰਤ ਜਨਾ, ਸਤ